ਦਿੱਲੀ ਐਨਸੀਆਰ ਚ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਸਖਤ। ਕਿਆ ਪ੍ਰਦੂਸ਼ਣ ਦੇ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਬਣਿਆ ਫੈਸ਼ਨ? ਐਮਰਜੈਂਸੀ ਵਰਗੇ ਹਾਲਾਤ, ਲਾਕਡਾਊਨ ਲਗਾਉਣ ਤੇ ਸਰਕਾਰ ਕਿਉਂ ਨਹੀਂ ਕਰਦੀ ਵਿਚਾਰ? ਪ੍ਰਦੂਸ਼ਣ ਦੇ ਹੱਲ ਲਈ ਸੁਪਰੀਮ ਕੋਰਟ ਨੇ ਐਮਰਜੈਂਸੀ ਮੀਟਿੰਗ ਬੁਲਾਉਣ ਦੇ ਦਿੱਤੇ ਹੁਕਮ। ਕੇਂਦਰ ਨੂੰ ਦਿੱਲੀ, ਪੰਜਾਬ, ਹਰਿਆਣਾ ਅਤੇ ਯੂਪੀ ਸਰਕਾਰਾਂ ਦੇ ਨਾਲ ਵਿਚਾਰ ਕਰਨ ਦੇ ਆਦੇਸ਼। ਸੋਮਵਾਰ ਨੂੰ ਮੁੜ ਹੋਵੇਗੀ ਸੁਣਵਾਈ। ਪੰਜਾਬ ਵਿਧਾਨ ਸਭਾ ਦੀ ਕਮੇਟੀ ਨੇ 26 ਜਨਵਰੀ ਹਿੰਸਾ ਨੂੰ ਦਿੱਤਾ ਸਾਜ਼ਿਸ਼ ਕਰਾਰ। ਕੇਂਦਰ ਅਤੇ ਦਿੱਲੀ ਪੁਲਿਸ ਤੇ ਖੜੇ ਕੀਤੇ ਗੰਭੀਰ ਸਵਾਲ। ਰਿਪੋਰਟ ਦੇ ਵਿੱਚ ਕਿਹਾ, ਜਾਣਬੁੱਝ ਕੇ ਪੁਲਿਸ ਨੇ ਕਿਸਾਨਾਂ ਨੂੰ ਲਾਲ ਕਿਲੇ ਦੇ ਰਸਤੇ ਤੇ ਭੇਜਿਆ। ਥਾਣਿਆਂ ਅਤੇ ਤਿਹਾੜ ਜੇਲ੍ਹ ਦੇ ਵਿੱਚ ਤਸ਼ੱਦਦ ਦਾ ਇਲਜ਼ਾਮ। ਚੰਨੀ ਸਰਕਾਰ ਵੱਲੋਂ ਦਿੱਲੀ ਹਿੰਸਾ ਦੇ ਮੁਲਜ਼ਮਾਂ ਨੂੰ ਵਿੱਤੀ ਮਦਦ ਦੇ ਐਲਾਨ ਤੇ ਗਰਮਾਈ ਸਿਆਸਤ। ਬੀਜੇਪੀ ਨੇ ਚੁੱਕੇ ਸਵਾਲ, ਬੋਲੇ ਫੈਸਲੇ ਨਾਲ ਸਾਬਿਤ ਹੋਇਆ ਕਾਂਗਰਸ ਨੇ ਕਰਵਾਈ ਸੀ ਲਾਲ ਕਿਲੇ ਦੀ ਹਿੰਸਾ। ਬੇਰੁਜ਼ਗਾਰੀ ਦੇ ਮੁੱਦੇ ਤੇ ਅੱਜ ਚੰਨੀ ਸਰਕਾਰ ਨੂੰ ਘੇਰੇਗੀ ਆਮ ਆਦਮੀ ਪਾਰਟੀ। ਚੰਡੀਗੜ੍ਹ ਚ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਕਰੇਗੀ ਘਿਰਾਓ। ਦੁਪਹਿਰ ਕਰੀਬ 12 ਵਜੇ ਹੋਵੇਗਾ ਪ੍ਰਦਰਸ਼ਨ। ਅਕਾਲੀ ਦਲ ਨੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ। ਬਲਾਚੌਰ, ਸ਼ਾਹਕੋਟ ਅਤੇ ਪਟਿਆਲਾ ਦਿਹਾਤੀ ਤੋਂ ਉਤਾਰੇ ਕੈਂਡੀਡੇਟ। ਹੁਣ ਤੱਕ ਕੁੱਲ 83 ਉਮੀਦਵਾਰਾਂ ਦਾ ਹੋ ਚੁੱਕਿਆ ਐਲਾਨ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ 'ਚ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ। ਇਹ ਖਬਰ ਪ੍ਰਦੂਸ਼ਣ ਦੇ ਨਾਲ ਵੀ ਜੁੜੀ ਹੋਈ ਹੈ, ਕਿਸਾਨਾਂ ਦੇ ਨਾਲ ਵੀ ਜੁੜੀ ਹੋਈ ਹੈ, ਝੋਨੇ ਦੀ ਪਰਾਲੀ ਦੇ ਨਾਲ ਵੀ ਜੁੜੀ ਹੋਈ ਹੈ। ਦਿੱਲੀ ਐਨਸੀਆਰ ਦੇ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਸਖਤ ਨਜ਼ਰ ਆ ਰਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਦੂਸ਼ਣ ਦੇ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਦੱਸਣਾ ਬਣਿਆ ਫੈਸ਼ਨ। ਇਹ ਫੈਸ਼ਨ ਬਣ ਚੁੱਕਾ ਹੈ ਕਿ ਜਦੋਂ ਪ੍ਰਦੂਸ਼ਣ ਫੈਲਦਾ ਤਾਂ ਕਿਸਾਨਾਂ ਨੂੰ ਜ਼ਿੰਮੇਵਾਰ ਦੱਸਿਆ ਜਾਂਦਾ ਹੈ। ਇਹ ਕਹਿਣਾ ਹੈ ਸੁਪਰੀਮ ਕੋਰਟ ਦਾ। ਸੁਪਰੀਮ ਕੋਰਟ ਦੇ ਵੱਲੋਂ ਵੱਡੀ ਤੇ ਅਹਿਮ ਟਿੱਪਣੀ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਕਿ ਲਾਕਡਾਊਨ ਲਗਾਉਣ ਬਾਰੇ ਵਿਚਾਰ ਕਿਉਂ ਨਹੀਂ ਕਰਦੀ ਸਰਕਾਰ। ਸੁਪਰੀਮ ਕੋਰਟ ਨੇ ਐਮਰਜੈਂਸੀ ਮੀਟਿੰਗ ਬੁਲਾਉਣ ਦੇ ਹੁਕਮ ਤੱਕ ਦਿੱਤੇ ਨੇ। ਕੇਂਦਰ ਸਣੇ ਦਿੱਲੀ, ਪੰਜਾਬ, ਹਰਿਆਣਾ ਅਤੇ ਯੂਪੀ ਸਰਕਾਰ ਨੂੰ ਹੁਕਮ ਦਿੱਤੇ ਗਏ ਨੇ ਕਿ ਐਮਰਜੈਂਸੀ ਮੀਟਿੰਗ ਬੁਲਾਈ ਜਾਵੇ। ਪ੍ਰਦੂਸ਼ਣ ਦੇ ਹੱਲ ਦੇ ਲਈ ਤੁਰੰਤ ਢੁਕਵੇਂ ਕਦਮ ਚੁੱਕੇ ਜਾਣ। ਸੋਮਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਮੁੜ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਨੇ ਕੇਂਦਰ ਦੇ ਨਾਲ ਸੂਬਾ ਸਰਕਾਰਾਂ ਨੂੰ ਵੀ ਝਾੜ ਪਾਈ ਹੈ ਤੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਕਦਮ ਕੀ ਚੁੱਕੇ ਗਏ ਨੇ। ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ, ਉਸ ਦਾ ਬਦਲ ਕੀ ਚੁਣਿਆ ਗਿਆ ਹੈ, ਕਿਹੜੇ ਬੰਦੋਬਸਤ ਕੀਤੇ ਗਏ ਨੇ, ਕੀ ਹੱਲ ਕੱਢੇ ਗਏ ਨੇ। ਸਿੱਧੇ ਤੌਰ ਤੇ ਸੂਬਾ ਸਰਕਾਰਾਂ ਨੂੰ ਇਹ ਸਵਾਲ ਕੀਤੇ ਗਏ ਨੇ ਸੁਪਰੀਮ ਕੋਰਟ ਦੇ ਵੱਲੋਂ। ਕਿਸਾਨਾਂ ਨੂੰ ਸਸਤੀ ਮਸ਼ੀਨਾਂ ਮੁਹੱਈਆ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ? ਕਿਉਂਕਿ ਕਿਸਾਨ ਵਾਰ-ਵਾਰ ਕਹਿੰਦੇ ਨੇ ਕਿ ਉਹਨਾਂ ਨੂੰ ਮਸ਼ੀਨਰੀ ਬਹੁਤ ਮਹਿੰਗੀ ਮਿਲਦੀ ਹੈ, ਉਸ ਦੇ ਨਾਲ ਵਾਈ ਬਹੁਤ ਮਹਿੰਗੀ ਹੋ ਜਾਂਦੀ ਹੈ, ਖਰਚਾ ਵੱਧ ਜਾਂਦਾ। ਇਸ ਕਰਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੇ ਲਈ ਮਜਬੂਰ ਹੁੰਦੇ ਨੇ। ਸਿੱਧੇ ਤੌਰ ਤੇ ਸੁਪਰੀਮ ਕੋਰਟ ਦੇ ਨੂੰ ਟਿੱਪਣੀਆਂ ਕੀਤੀਆਂ ਗਈਆਂ ਨੇ ਕਿ ਆਖਿਰਕਾਰ ਸਰਕਾਰਾਂ ਵੱਲੋਂ ਇਸ ਦਾ ਹੱਲ ਕੀ ਕੱਢਿਆ ਗਿਆ ਹੈ। ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਮੈਂ ਇੱਕ ਕਿਸਾਨ ਹਾਂ। ਚੀਫ ਜਸਟਿਸ ਆਫ ਇੰਡੀਆ ਵੀ ਇੱਕ ਕਿਸਾਨ ਨੇ। ਅਸੀਂ ਹਕੀਕਤ ਜਾਣਦੇ ਹਾਂ। ਪਰਾਲੀ ਸਾੜਨ ਦੇ ਨਾਲ ਕੁਝ ਪ੍ਰਦੂਸ਼ਣ ਹੁੰਦਾ ਹੈ। ਪਟਾਕਿਆਂ ਤੇ ਵਾਹਨਾਂ ਤੇ ਸਰਕਾਰ ਨੇ ਕੋਈ ਵੀ ਧਿਆਨ ਕਿਉਂ ਨਹੀਂ ਦਿੱਤਾ? ਪਟਾਕਿਆਂ ਤੇ ਬੈਨ ਲਗਾਇਆ ਗਿਆ ਸੀ, ਉਸ ਹੁਕਮ ਦਾ ਕੀ ਹੋਇਆ? ਕੁਝ ਦਿਨਾਂ ਦੇ ਲਈ ਗੱਡੀਆਂ ਤੇ ਰੋਕ ਲਗਾਉਣ ਬਾਰੇ ਵਿਚਾਰ ਕਿਉਂ ਨਹੀਂ ਕੀਤਾ ਜਾਂਦਾ? ਇੱਕ ਐਮਰਜੈਂਸੀ ਵਾਲੀ ਸਥਿਤੀ ਹੈ ਤੇ ਅਗਲੇ 2-3 ਦਿਨਾਂ ਦੇ ਵਿੱਚ AQI ਦਾ ਪੱਧਰ ਹੇਠਾਂ ਲੈ ਕੇ ਆਉਣ ਦੀ ਲੋੜ ਹੈ। इसे खबर पे ज्यादा जानकारी लिए दिल्ली तो मेरे सहयोगी सुशील पांडे जुड़े हुए हैं। सुशील, विस्तार से जानना चाहेंगे क्या बड़ी टिप्पणी की गई है? एक एक टिप्पणी के बारे में विस्तार से हमारे दर्शकों को बताइए। देखिए, सुप्रीम कोर्ट ने प्रदूषण के मामले पे सीधे सवाल केंद्र सरकार से किया है और ये कहा है कि आखिर पराली जलाने से रोकने को लेकर केंद्र सरकार की तरफ से कदम क्या उठाए गए हैं। हालांकि सुप्रीम कोर्ट ने ये भी केंद्र सरकार से सवाल किया कि आखिर प्रदूषण जलाने को लेकर किसानों के पराली को कहना अब एक फैशन सा बन गया है, क्योंकि तमाम राज्य सरकारें या केंद्र सरकार पराली एक बड़ा मुद्दा बना देती है, लेकिन इसके बावजूद भी कई ऐसे फिलहाल साधन हैं जिसकी वजह से प्रदूषण लगातार बढ़ता रहता है। सबसे महत्वपूर्ण मामला इस मामले में ये भी है कि पटाखे फिलहाल बैन लगाए गए थे सुप्रीम कोर्ट के द्वारा, बावजूद इसके पटाखे जलाए गए, गाड़ियां जो हैं वो चलाई जा रही हैं। हालांकि सुप्रीम कोर्ट ने इस पूरे मामले में सवाल ये भी किया कि जो फिलहाल मशीनें किसानों को दी जाती हैं उनमें जिस प्रकार की सब्सिडी की बात कही जा रही है वो भी एक बड़ा मामला है, क्योंकि चीफ जस्टिस खुद भी एक किसान है, वो ये जानते हैं कि मशीनें कितने रेट पर फिलहाल उनको मिलती हैं और कितना फीसदी सब्सिडी किसानों को दी जाती है। तो ये तमाम पहलू थे जिस पर सुप्रीम कोर्ट ने नाराजगी जाहिर की। हालांकि सुप्रीम कोर्ट ने
न केवल केंद्र सरकार बल्कि पंजाब, हरियाणा और दिल्ली सरकार से ये कहा है कि इस पूरे मामले को लेकर राजनीति ना की जाए। सुप्रीम कोर्ट ने ये कहा है कि तमाम जो राज्य सरकारें हैं, तमाम केंद्र सरकार हैं, वो बैठकर फिलहाल जो अभी आपातकालीन स्थिति है राजधानी दिल्ली में प्रदूषण को लेकर, उस पर बैठकर एक इमरजेंसी मीटिंग करें और सोमवार को इस पूरे मामले में जानकारी सुप्रीम कोर्ट को दें। हलफनामा एक दाखिल किया जाएगा केंद्र सरकार की तरफ से, चूंकि आपातकालीन जैसी स्थिति प्रदूषण को लेकर जो बनी है, उस पर सुप्रीम कोर्ट ने यह भी कहा है कि अगर केंद्र सरकार को लगता है कि स्थिति बहुत भयानक है तो लॉकडाउन पर भी केंद्र सरकार विचार कर सकती है। हालांकि केंद्र सरकार की तरफ से कहा गया है कि उनकी तरफ से तमाम जो मेजर्स हैं वो लिए जा रहे हैं। पंजाब और हरियाणा, दिल्ली, यूपी, तमाम जो चीफ सेक्रेटरीज हैं उनसे मीटिंग की गई है और बातचीत की जा रही है। जल्द ही इसका हल निकाला जाएगा। सुप्रीम कोर्ट ने कहा है कि हमें ये नहीं सुनना है कि राज्य सरकारों के द्वारा और केंद्र सरकार के द्वारा क्या कदम उठाए जा रहे हैं। सबसे महत्वपूर्ण बात है कि प्रदूषण पर रोक लगनी चाहिए और इसके लिए केंद्र सरकार को हर वो मुमकिन कदम उठाने की आवश्यकता है जो अभी बेहद जरूरी है। बहरहाल सुप्रीम कोर्ट ने यह कहा है कि सोमवार को सुप्रीम कोर्ट दोबारा इस मामले की सुनवाई करेगा। इस बीच केंद्र सरकार एक हलफनामा दाखिल करेगी और ये जानकारी देगी कि प्रदूषण को रोकने के लिए उनकी तरफ से कदम क्या उठाए गए हैं। वहीं दिल्ली सरकार को लेकर सुप्रीम कोर्ट ने यह कहा है कि जिस तरह प्रदूषण का स्तर इतना फैला हुआ है राजधानी दिल्ली में और ऐसे में स्कूल खोल दिए गए हैं, वो एक बड़ा गंभीर मुद्दा है जिस पर दिल्ली सरकार को विचार करने की आवश्यकता है कि क्या अभी एक सही समय है स्कूल खोलने का। तो इन तमाम चीजों को फिलहाल सुप्रीम कोर्ट ने उठाया है। अब ऐसे में देखना बेहद अहम है कि जब सोमवार को दोबारा सुनवाई होगी तो सुप्रीम कोर्ट में केंद्र सरकार और तमाम राज्य सरकारें अपनी क्या कुछ दलीलें देती। हाँ ठीक है सुशील, फिलहाल ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਪ੍ਰਦੂਸ਼ਣ ਨੂੰ ਲੈ ਕੇ ਕਿਸਾਨਾਂ ਦੀ ਝੋਨੇ ਦੀ ਪਰਾਲੀ ਨੂੰ ਲੈ ਕੇ ਵੱਡੀਆਂ ਤੇ ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ। ਕੇਂਦਰ ਸਰਕਾਰ ਨੂੰ ਝਾੜ ਪਈ ਗਈ ਹੈ, ਸੂਬਾ ਸਰਕਾਰਾਂ ਨੂੰ ਝਾੜ ਪਈ ਗਈ ਹੈ, ਦਿੱਲੀ ਸਰਕਾਰ ਨੂੰ ਝਾੜ ਪਈ ਗਈ ਹੈ। ਸਿੱਧੇ ਤੌਰ ਤੇ ਕਿਹਾ ਕਿ ਇਸ ਪ੍ਰਦੂਸ਼ਣ ਦੇ ਲਈ ਸਿਰਫ ਕਿਸਾਨ ਹੀ ਜ਼ਿੰਮੇਵਾਰ ਨਹੀਂ ਨੇ ਤੇ ਨਾਲ ਹੀ ਸਵਾਲ ਪੁੱਛਿਆ ਕਿ ਆਖਿਰਕਾਰ ਹੁਣ ਤੱਕ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਲਈ ਸਰਕਾਰਾਂ ਦੇ ਵੱਲੋਂ ਕੀ ਕਦਮ ਚੁੱਕੇ ਗਏ ਨੇ। ਕਿਸਾਨ ਝੋਨੇ ਨੂੰ ਪਰਾਲੀ ਅੱਗ ਨਾ ਲਗਾਉਣ, ਇਸ ਦੇ ਲਈ ਸੂਬਾ ਸਰਕਾਰਾਂ ਨੇ ਕਿਹੜੇ ਬੰਦੋਬਸਤ ਕੀਤੇ ਨੇ, ਕਿਹੜੀ ਮਸ਼ੀਨਰੀ ਜਿਹੜੀ ਆ ਉਹ ਕਿਸਾਨਾਂ ਨੂੰ ਮੁਹੱਈਆ ਕਰਵਾਈ ਹੈ। रुक करांगे अगली वड्डी खबर दा। विधानसभा कमेटी ने लाल किला हिंसा नूं साजिश करार दे दिता है। केंद्र अते दिल्ली पुलिस ते सीधे तौर ते सवाल खड़े किए गए ने। इस कमेटी की रिपोर्ट दे विच कहा गया कि साजिश के तहत किसानां नूं लाल किले दे रस्ते भेजिया गया, किसानां ते सिखां नूं बदनाम करन दी कोशिश की गई। पुलिस थाने अते तिहाड़ जेल के अंदर तशद्दद किए जाने का भी इल्जाम लगाया गया है। दरअसल विधानसभा ने मार्च महीने दे विच इस 5 मैंबरी कमेटी का गठन किया सी। कमेटी ने 26 जनवरी की हिंसा मगरों समाजिक कारकुनां ते लोकां ते होए तशद्दद की जांच दे लई किसानां दे नाल मुलाकातां कीतियां अते बयान दर्ज कीते सन, जिस दे आधार ते रिपोर्ट तैयार की गई है। इस रिपोर्ट के आधार ते सरकार ने 83 किसानां नूं 2-2 लाख के मुआवजे का ऐलान किया। हालांकि इस फैसले ते भी बीजेपी वालों सवाल खड़े किए जा रहे हैं, पर जेकर इस रिपोर्ट की गल की जाए तो इस रिपोर्ट के वड्डे खुलासे हुए हैं। सीधे तौर पर जो कुछ होंदा है 26 जनवरी को उसनूं साजिश करार दिता गया। इस कमेटी की रिपोर्ट के विच सीधे तौर पर केंद्र ते दिल्ली पुलिस ते सवाल खड़े किए गए हैं। जिहड़े लोकां नूं जिहड़े किसानां नूं गिरफ्तार किया जांदा उन्हां ते कथित तशद्दद दे सीधे तौर पर जिहड़े इल्जाम लगाए गए हैं। कहा गया रिपोर्ट के विच कि किसानां ते सिखां नूं बदनाम करने की कोशिश की गई। पुलिस थाणियां दे विच ते तिहाड़ जेल के अंदर तशद्दद किया गया। अजिहे इल्जाम लगाए गए हैं। जिहड़े भी लोकां दे वल्लों प्रभावित लोकां दे वल्लों अपने बयान कलमबंद करवाए गए इस कमेटी दे अगे, उन्हां सारिआं दे लोकां दे वल्लों ये इल्जाम लगाए गए ने, तशद्दद दे इल्जाम लगे ने। इस कमेटी की रिपोर्ट दे विच वड्डे खुलासे होए ने। जेकर वख-वख इल्जामां की गल की जाए, जिहड़े कि कमेटी के सामने वख-वख प्रभावित लोकां दे वल्लों तथ्य पेश किए गए ने, बयान दर्ज किए गए, उसदे विच वड्डे वड्डे इल्जाम लगाए गए ने। कहा गया कि थाणियां दे विच ककारां दी बेदबी तक की गई, बजुर्ग बंदियां दियां दाड़ियां तक पुट्टियां गईयां, गाली गलोच किया गया, सट्टां मारियां गईयां, मैंटली टॉर्च तक किया गया। ये वड्डे ते गंभीर जिहड़े सीधे तौर पर इल्जाम लगाए गए ने, जिहड़े लोकां दे वल्लों अपने बयान दर्ज करवाए गए ने। पुलिस वालों अनजान जगह ते रख के सारा दिन अते सारी रात तक कुटिया गया, डांगा ते पट्टियां दे नाल कुटिया गया, लत्तां मारियां गईयां। ये तुहानूं दस रहे किहड़े इल्जाम ने। जिहड़े प्रभावित लोग ने जिन्हां नूं गिरफ्तार किया गया सीगा, उन्हां ने ये बयान इस कमेटी के अगे दर्ज करवाए सन। इन्हां बयानां दे विच सब कुछ किया गया। कुटमार करके उंगलां तक तोड़ियां गईयां, ये भी वड्डे गंभीर इल्जाम लगाए गए ने। पसलियां तक बिठा दित्तियां गईयां। उत्थे तिहाड़ जेल दे विच भी
ਵੱਡੇ ਤਰ੍ਹਾਂ ਦੇ ਤਸ਼ੱਦਦ ਦੇ ਇਲਜ਼ਾਮ ਲਗਾਏ ਗਏ ਨੇ। ਕਿਹਾ ਗਿਆ ਕਿ ਜੇਲ੍ਹ ਦੇ ਵਿੱਚ ਨੌਜਵਾਨਾਂ ਨੂੰ ਕੁੱਟਿਆ ਮਾਰਿਆ ਗਿਆ, ਬੇਹੁਦਾ ਸਲੂਕ ਕੀਤਾ ਗਿਆ, ਗਾਲੀ ਗਲੋਚ ਕੀਤਾ ਗਿਆ, ਕੰਨ ਫੜਾਏ ਗਏ, ਧੁੰਨੀ ਦੇ ਵਿੱਚ ਗੋਡੇ ਤੱਕ ਮਾਰੇ ਗਏ, ਮੂੰਹ ਤੇ ਥੱਪੜ ਮਾਰੇ ਗਏ, ਮੁਰਗਾ ਬਣਾ ਕੇ ਥੱਪੜ ਮਾਰੇ ਗਏ, ਪੱਗ ਦੇਖ ਕੇ ਬਹੁਤ ਬੁਰਾ ਸਲੂਕ ਕੀਤਾ ਗਿਆ, ਪੱਗਾਂ ਦੀ ਬੇਅਦਬੀ ਤੱਕ ਕੀਤੀ ਗਈ। ਇਹ ਬਹੁਤ ਵੱਡੇ ਗੰਭੀਰ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਗਏ ਨੇ ਤੇ ਇਸ ਕਮੇਟੀ ਦੇ ਵੱਲੋਂ ਸਿੱਧੇ ਤੌਰ ਤੇ ਇਸ ਪੂਰੀ ਘਟਨਾ ਨੂੰ ਸਾਜ਼ਿਸ਼ ਕਰਾਰ ਦਿੱਤਾ ਗਿਆ ਹੈ। ਸੋ ਤਿਹਾੜ ਜੇਲ੍ਹ ਦੇ ਵਿੱਚ ਵੱਡੇ ਪੱਧਰ ਤੇ ਤਸ਼ੱਦਦ ਦੇ ਇਲਜ਼ਾਮ ਲੱਗੇ ਨੇ। ਦਰਅਸਲ ਉਹ 83 ਲੋਕ ਸਨ ਜਿਨ੍ਹਾਂ ਨੂੰ ਕਿ 26 ਜਨਵਰੀ ਦੀ ਹਿੰਸਾ ਤੋਂ ਬਾਅਦ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਹ 83 ਦੇ 83 ਲੋਕਾਂ ਦੇ ਵੱਲੋਂ ਇਸ ਕਮੇਟੀ ਦੇ ਅੱਗੇ ਆਪਣੇ ਬਿਆਨ ਕਲਮਬੱਧ ਕਰਵਾਏ ਗਏ ਤੇ ਉਸ ਦੇ ਆਧਾਰ ਤੇ 83 ਲੋਕਾਂ ਨੂੰ ਸਰਕਾਰ ਨੇ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ। ਪਰ ਇਲਜ਼ਾਮ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਨੇ, ਬਹੁਤ ਗੰਭੀਰ ਨੇ। ਇਹ ਇਲਜ਼ਾਮ ਦਿੱਲੀ ਪੁਲਿਸ ਤੇ ਵੀ ਨੇ ਤੇ ਇਹ ਇਲਜ਼ਾਮ ਤਿਹਾੜ ਜੇਲ੍ਹ ਦੇ ਵਿੱਚ ਵੀ ਜਿਨ੍ਹਾਂ ਨੂੰ ਰੱਖਿਆ ਗਿਆ ਸੀਗਾ ਉਸ ਦੌਰਾਨ ਵੀ ਇਹ ਵੱਡੇ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਇੱਥੋਂ ਤੱਕ ਇਲਜ਼ਾਮਾਂ ਦੇ ਵਿੱਚ ਕਿਹਾ ਗਿਆ ਕਿ ਤਿਹਾੜ ਜੇਲ੍ਹ ਦੇ ਵਿੱਚ ਜਦੋਂ ਉਹਨਾਂ ਨੂੰ ਕੈਦ ਕੀਤਾ ਗਿਆ ਤਾਂ ਜੇਲ੍ਹ ਦੇ ਵਿੱਚ ਨੌਜਵਾਨਾਂ ਨੂੰ ਕੁੱਟਿਆ ਮਾਰਿਆ ਗਿਆ, ਬੇਹੱਦ ਬੁਰਾ ਸਲੂਕ ਕੀਤਾ ਗਿਆ, ਗਾਲੀ ਗਲੋਚ ਕੀਤਾ ਗਿਆ, ਕੰਨ ਤੱਕ ਫੜਾਏ ਗਏ, ਧੁੰਨੀ ਦੇ ਵਿੱਚ ਗੋਡੇ ਮਾਰੇ ਗਏ, ਮੂੰਹ ਤੇ ਥੱਪੜ ਤੱਕ ਮਾਰੇ ਗਏ। ਇਸੇ ਖਬਰ ਤੇ ਇਸ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਹੋਰ ਕੀ ਕੁਝ ਵਿਸਥਾਰ ਦੇ ਨਾਲ ਕਿਹਾ ਗਿਆ, ਸਿੱਧਾ ਰੁਖ ਕਰਦੇ ਹਾਂ ਚੰਡੀਗੜ੍ਹ ਦਾ, ਜਿੱਥੋਂ ਕਿ ਮੇਰੇ ਸਹਿਯੋਗੀ ਪੰਕਜ ਕਪਾਹੀ ਲਾਈਵ ਜੁੜੇ ਹੋਏ ਨੇ। ਪੰਕਜ, ਜਿਹੜੀ ਕਿ ਵਿਧਾਨ ਸਭਾ ਦੇ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀਗਾ, ਹਾਲਾਂਕਿ ਕਮੇਟੀ ਦੇ ਵੱਲੋਂ ਆਪਣੀ ਜਿਹੜੀ ਪੂਰੀ ਕਾਰਵਾਈ ਕਰਕੇ ਰਿਪੋਰਟ ਵੀ ਸੌਂਪ ਦਿੱਤੀ ਗਈ ਹੈ, ਪਰ ਵੱਡੇ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ, ਪੂਰੀ ਘਟਨਾ ਨੂੰ ਸਾਜ਼ਿਸ਼ ਤੱਕ ਕਰਾਰ ਦਿੱਤਾ ਗਿਆ ਹੈ। ਵਿਸਥਾਰ ਦੇ ਨਾਲ ਜਾਣਨਾ ਚਾਹਾਂਗੇ ਆਖਿਰਕਾਰ ਮੁੱਖ ਕਿਹੜੇ-ਕਿਹੜੇ ਪਹਿਲੂ ਨੇ ਇਸ ਕਮੇਟੀ ਦੀ ਰਿਪੋਰਟ ਦੇ, ਕਿਹੜੇ-ਕਿਹੜੇ ਵੱਡੇ ਬਿੰਦੂ ਨੇ ਤੇ ਕਿਹੜੇ-ਕਿਹੜੇ ਵੱਡੇ ਇਲਜ਼ਾਮ ਲੋਕਾਂ ਦੇ ਵੱਲੋਂ ਲਗਾਏ ਗਏ ਨੇ। देखो विधान सभा वालों एक 5 मैंबरी कमेटी जिहड़ी है वो परमिंदर बनाई गई सी, जिस दी अगवाई जिहड़ी है वो कांग्रेस के विधायक कुलदीप वैद कर रहे थे। इस तो इलावा इस कमेटी दे विच हरिंदरपाल सिंह चंदूमाजरा जो अकाली दल के नुमाइंदे सीगे, इस तो इलावा सरबजीत कौर मानूके ये पैरवी जिहड़ी है आम आदमी पार्टी वालों कर रहे थे। और इस कमेटी ने विधान सभा दे अपनी अंदर अपनी रिपोर्ट जिहड़ी सबमिट की और इस दे विच दिल्ली पुलिस, दिल्ली सरकार अते केंद्र सरकार इन्हां नूं साजिश जिहड़ी है रचन दे इल्जाम मड़े ने कि दिल्ली पुलिस की वजह करके दिल्ली पुलिस ने 26 जनवरी की जिहड़ी घटना हुई उस दे विच बैरीकेड खोल दिते गए। उस दे विच बैरीकेड खोलन की वजह करके राह जिहड़ा वा लाल किले वाले पासे किसान मुड़दे हुए नजर आए और जिहड़े नौजवान अगे जा रहे सीगे उन्हां नूं रोकिया भी नहीं गया, लाल किला दे गेट भी खोल दिते गए और 83 ਜਿਹੜੇ ਲੋਕ ਨੇ ਉਹਨਾਂ ਤੋਂ ਇਸ ਪੂਰੇ ਮਾਮਲੇ ਵਿੱਚ ਗੱਲਬਾਤ ਕੀਤੀ ਗਈ। ਇਸ ਕਮੇਟੀ ਨੇ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਗਏ ਔਰ 83 ਲੋਕਾਂ ਨੇ ਜੋ ਬਿਆਨ ਦਰਜ ਕਰਵਾਏ, ਉਹਨਾਂ ਨੇ ਇੱਕ ਤਾਂ ਇਹ ਬਿਆਨ ਦਰਜ ਕਰਵਾਏ ਕਿ ਸਾਨੂੰ ਤਾਂ ਰਾਹ ਦਿੱਲੀ ਪੁਲਿਸ ਦੇ ਰਹੀ ਸੀਗੀ, ਦਿੱਲੀ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਸੀਗੀ ਉਹਨਾਂ ਉਸੇ ਰਾਹ ਤੇ ਅਸੀਂ ਚੱਲ ਗਏ, ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਲਾਲ ਕਿਲਾ ਹੈ ਕਿੱਧਰ ਜਾਂ ਅਸੀਂ ਜਾਣਾ ਕਿੱਧਰ ਹੈ, ਬੈਰੀਕੇਡ ਖੁੱਲੇ ਹੋਏ ਸੀਗੇ ਤਾਂ ਅਸੀਂ ਚਲੇ ਗਏ। ਦੂਸਰੇ ਇਸ ਕਮੇਟੀ ਨੇ ਇਲਜ਼ਾਮ ਜਿਹੜੇ ਦਿੱਲੀ ਪੁਲਿਸ ਦੇ ਉੱਤੇ ਔਰ ਦਿੱਲੀ ਸਰਕਾਰ ਦੇ ਉੱਤੇ ਔਰ ਕੇਂਦਰ ਸਰਕਾਰ ਦੇ ਉੱਤੇ ਲਗਾਏ ਨੇ ਉਹ ਇਹ ਨੇ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਕੁਝ ਲੋਕਾਂ ਨੂੰ ਨਜਾਇਜ਼ ਤਰੀਕੇ ਦੇ ਨਾਲ ਚੁੱਕ ਲਿੱਤਾ ਗਿਆ। ਉਹ ਦਿੱਲੀ ਦੇ ਵਿੱਚ ਸੀਗੇ, ਉਹਨਾਂ ਦਾ 26 ਜਨਵਰੀ ਦੀ ਘਟਨਾ ਨਾਲ ਕੋਈ ਸੰਬੰਧ ਨਹੀਂ ਸੀਗਾ, ਉਹਨਾਂ ਨੂੰ ਬੁਰੀ ਤਰੀਕੇ ਦੇ ਨਾਲ ਕੁੱਟਿਆ ਗਿਆ। ਜੇਲ੍ਹ ਦੇ ਅੰਦਰ ਕਈ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਜੋ ਜਿਹੜੇ ਉਹਨਾਂ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਗਾਲਾਂ ਵੀ ਜਿਹੜੀਆਂ ਨੇ ਉਹ ਕੱਢੀਆਂ ਗਈਆਂ। ਇਹ ਵੀ ਇਸ ਕਮੇਟੀ ਨੇ ਆਪਣੀ ਰਿਪੋਰਟ ਦੇ ਅੰਦਰ ਜ਼ਿਕਰ ਕੀਤਾ ਵਾ। ਔਰ ਇਸ ਤੋਂ ਇਲਾਵਾ ਕਮੇਟੀ ਨੇ ਜਿਹੜੀ ਸਿਫਾਰਿਸ਼ਾਂ ਕੀਤੀਆਂ ਨੇ, ਕਮੇਟੀ ਨੇ ਇੱਕ ਤਾਂ ਪੰਜਾਬ ਸਰਕਾਰ ਨੂੰ ਸਿਫਾਰਿਸ਼ ਕੀਤੀ ਕਿ ਇਹਨਾਂ ਜਿਹੜੇ ਗਰੀਬ ਘਰ ਦੇ ਲੋਕ ਨੇ ਜਿਹੜੇ ਦਿੱਲੀ ਗਏ ਹੋਏ ਸੀਗੇ, ਜਿਨ੍ਹਾਂ ਦਾ 26 ਜਨਵਰੀ ਨਾਲ ਘਟਨਾ ਨਾਲ ਕੁਝ ਸੰਬੰਧ ਵੀ ਨਹੀਂ ਸੀਗਾ, ਉਹਨਾਂ ਦੇ ਜਿਸ ਤਰੀਕੇ ਨਾਲ ਦਿੱਲੀ ਪੁਲਿਸ ਨੇ ਤਸ਼ੱਦਦ ਢਾਇਆ ਵਾ, ਜਿਸ ਤਰੀਕੇ ਨਾਲ ਜੇਲ੍ਹ ਦੇ ਅੰਦਰ ਉਹਨਾਂ ਨੂੰ ਕੁੱਟਿਆ ਗਿਆ ਵਾ, ਇਸ ਵਜ੍ਹਾ ਕਰਕੇ ਉਹਨਾਂ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਸ ਗੱਲ ਦਾ ਐਲਾਨ ਕੱਲ ਸ਼ਾਮ ਨੂੰ ਹੀ ਕਰ ਦਿੱਤਾ ਸੀਗਾ ਕਿ 2 ਲੱਖ ਰੁਪਏ ਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਏਗਾ। ਨਾਲ ਹੀ ਨਾਲ ਦਿੱਲੀ ਪੁਲਿਸ ਦੇ ਉੱਤੇ ਔਰ ਕੇਂਦਰ ਸਰਕਾਰ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਸ ਪੂਰੇ ਮਾਮਲੇ 'ਚ ਇੱਕ ਕਮੇਟੀ ਬਣਾਈ ਜਾਵੇ, ਵਿਸ਼ੇਸ਼ ਕਮੇਟੀ ਬਣਾਈ ਜਾਵੇ ਜੋ ਇਸ ਪੂਰੇ ਮਾਮਲੇ ਦੀ ਜਾਂਚ ਕਰੇ ਕਿ ਦਿੱਲੀ ਪੁਲਿਸ ਦਾ ਕਿਸ ਤਰੀਕੇ ਨਾਲ ਕੀ ਰੋਲ ਸੀਗਾ ਔਰ ਇਸ ਦੇ ਨਾਲ ਮਨੁੱਖੀ ਅਧਿਕਾਰਾਂ ਦੇ ਅਧੀਨ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ, ਇਹ ਵੀ ਇਲਜ਼ਾਮ ਜਿਹੜੇ ਨੇ ਇਸ ਕਮੇਟੀ ਵੱਲੋਂ ਮੜੇ ਗਏ ਨੇ। ਪਰਮਿੰਦਰ
ਪੰਕਜ, ਜਿਵੇਂ ਕਿ ਨਾਲ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਕਈ ਲੋਕਾਂ ਦੇ ਜਿਹੜੇ ਪਾਸਪੋਰਟ ਸਨ ਉਹ ਜ਼ਬਤ ਕੀਤੇ ਗਏ, ਪਾਸਪੋਰਟ ਵਾਪਸ ਨਹੀਂ ਮਿਲੇ। ਕਈ ਲੋਕ ਵਿਦੇਸ਼ਾਂ ਤੋਂ ਜਿਹੜੇ ਪੰਜਾਬ ਦੇ ਵਿੱਚ ਆਏ ਸਨ, ਇਸ ਪ੍ਰਦਰਸ਼ਨ ਦਾ ਹਿੱਸਾ ਬਣੇ ਸਨ, ਉਹਨਾਂ ਤੇ ਮਾਮਲੇ ਦਰਜ ਹੋ ਗਏ, ਉਹ ਦੁਬਾਰਾ ਵਾਪਸ ਵਿਦੇਸ਼ਾਂ ਦੇ ਵਿੱਚ ਨਹੀਂ ਜਾ ਸਕੇ। ਤੇ ਉਹ ਕਿੰਨੇ ਕੁ ਕੇਸ ਨੇ, ਜਾਂ ਇਸ ਨੂੰ ਲੈ ਕੇ ਕੋਈ ਜਾਣਕਾਰੀ ਦਿੱਤੀ ਗਈ, ਜਾਂ ਇਸ ਨੂੰ ਲੈ ਕੇ ਸਰਕਾਰ ਤੋਂ ਇਸ ਕਮੇਟੀ ਦੇ ਵੱਲੋਂ ਕੀ ਸਿਫਾਰਿਸ਼ ਕੀਤੀ ਗਈ ਹੈ? देखो, एक तो इस गल का जिक्र किया गया कि अगर दिल्ली पुलिस ने किसी भी शख्स तो पुछगिछ करनी है, किसी भी व्यक्ति ਨਾਲ पुछगिछ करनी है, तो वो पंजाब पुलिस के नाल राबता कायम करे। पंजाब पुलिस उन्हां दे नाल मिलावे, डायरैक्ट ये ना होवे कि दिल्ली पुलिस उन्हां नूं चक के लै जाए या दिल्ली पुलिस उन्हां नूं पुछगिछ लई बुलावे। एक तो इस गल का जिक्र होया। दूसरा जिक्र होया है कि कुछ नौजवान छुट्टी ते विदेशों तो छुट्टी लैके घर आए सीगे, दिल्ली गए हुए सीगे, कुछ अंदोलन का हिस्सा सीगे, लेकिन 26 जनवरी वाले दिन वो लाल किले वाले पासे नहीं गए सीगे। उन्हां दे पासपोर्ट लै लिते गए ने और इसे वजह करके वो विदेशों च नहीं जा रहे, विदेशों नहीं जा पा रहे। तो इसे वजह करके पंजाब सरकार वकीलों का एक पैनल तैयार करे और दिल्ली पुलिस नाल गलबात करे ताकि उन्होंने पासपोर्ट जिहड़े ने वापस आ सकन। इस कमेटी ने दिल्ली सिख गुरुद्वारा मैनेजमेंट कमेटी की तारीफ की है कि जदों 26 जनवरी की घटना तो बाद दिल्ली पुलिस ने चुक लिता, उन्होंने जेलों च बंद कर दिता, तो दिल्ली सिख गुरुद्वारा मैनेजमेंट कमेटी ने अपने वकीलों का पैनल भेज के बहुत सारे जिहड़े लोग सीगे उन्हां दियां जमानतां करवाईयां ने। तो दिल्ली ठीक है पंकज, बने रहो क्योंकि जिहड़ी कमेटी दे विच सिद्धे तौर ते वड्डे इल्जाम लगाए गए ने, लोकां दे ਵੱਲੋਂ साजिश करार दिता गया। तो बीजेपी का पक्ष जानना बहुत जरूरी है। बीजेपी के सीनियर आगू साडे नाल हरजीत गरेवाल जुड़े हुए हैं। गरेवाल साहब, तुहाडा स्वागत है न्यूज़ 18 पंजाब ते। ਤੁਹਾਨੂੰ कमेटी बारे तो जरूर जानकारी होगी। विधान सभा के वालों कमेटी का गठन किया गया सीगा ते कमेटी के वालों अपनी रिपोर्ट भी सौंप दी गई है। तो इस कमेटी ने सीधे तौर पर 26 जनवरी को जो कुछ होंदा है, जिहड़ी हिंसा होंदी है, उसनूं साजिश करार दिता गया है। तो सीधे तौर पर दिल्ली पुलिस ते केंद्र सरकार ते तिहाड़ जेल दे विच उन्हां लोकां दे विरुद्ध जिन्हां दे वल्लों बयान कलमबद्ध करवाए गए ने, उन्होंने बहुत वड्डे गंभीर तशद्दद दे इल्जाम लगाए ने। तुहानूं मैं एक एक करके थोड़े शब्दां दे विच दस भी दिना है। दिल्ली के थाणिਆਂ ਦੇ ਜਿਹੜੇ तशद्दद ਦੇ इल्जाम ਲੱਗੇ ਨੇ, ਲੋਕਾਂ ਦੇ ਵੱਲੋਂ ਇੱਥੋਂ ਤੱਕ ਕਿਹਾ ਗਿਆ ਕਿ ਥਾਣਿਆਂ ਦੇ ਵਿੱਚ ਕਕਾਰਾਂ ਦੀ ਬੇਅਦਬੀ ਕੀਤੀ ਗਈ, ਜਾਣਬੁੱਝ ਕੇ ਪੱਗਾਂ ਵਾਲਿਆਂ ਨੂੰ ਫੜਿਆ ਗਿਆ, ਗਾਲੀ ਗਲੋਚ ਕੀਤਾ ਗਿਆ, ਸੱਟਾਂ ਮਾਰੀਆਂ ਗਈਆਂ, ਮੈਂਟਲੀ ਟੌਰਚਰ ਤੱਕ ਕੀਤਾ ਗਿਆ। ਇਹ ਕੁਝ ਕਿ ਜਿਹੜੇ ਇਲਜ਼ਾਮ ਤੁਹਾਨੂੰ ਮੈਂ ਦੱਸ ਰਿਹਾ। ਤਿਹਾੜ ਜੇਲ੍ਹ ਦੀ ਗੱਲ ਕੀਤੀ ਜਾਵੇ ਤਾਂ ਤਿਹਾੜ ਜੇਲ੍ਹ ਦੇ ਵਿੱਚ ਜਿਹੜੇ ਇਲਜ਼ਾਮ ਕਥਿਤ ਲਗਾਏ ਗਏ ਨੇ ਲੋਕਾਂ ਨੇ, ਉਹਨਾਂ ਦਾ ਕਿਹਾ ਗਿਆ ਕਿ ਜੇਲ੍ਹ ਦੇ ਵਿੱਚ ਨੌਜਵਾਨਾਂ ਨੂੰ ਕੁੱਟਿਆ ਮਾਰਿਆ ਗਿਆ, ਬੇਖੁਦਾ ਸਲੂਕ ਕੀਤਾ ਗਿਆ, ਗਾਲੀ ਗਲੋਚ ਕੀਤਾ ਗਿਆ, ਕੰਨ ਫੜਾਏ ਗਏ, ਧੁੰਨੀ ਦੇ ਵਿੱਚ ਗੋਡੇ ਮਾਰੇ ਗਏ, मुर्गा बना के थप्पड़ मारे गए, पग देख के बहुत बुरा सलूक किया, पग्गां दी बेअदबी तक की गई। गरेवाल साहब, बहुत गंभीर इल्जाम ने, की पक्ष है बीजेपी का? गल यह है, जिस तरह की तुसीं गल दस रहे हो मैनूं नहीं समझ आउंदी ये, और ये एक तरह नाल जिहड़ा अंदोलन है, असीं पहलां भी कहंदे सी भी ये कांग्रेस ने जानबुझ के एक साजिश के तहत उन्होंने मोदी जी की सरकार के खिलाफ कोई मुद्दा नहीं सी मिल रहा, उन्होंने किसान का मोढा लभ गया। ਜਿਹੜਾ ਸੜਕਾਂ ਤੇ ਬੈਠਾ ਉਹ ਜੈਨੂਨ ਕਿਸਾਨ ਬੈਠਾ, ਪਰ ਜਿਹੜੀਆਂ ਇਹ ਜਥੇਬੰਦੀਆਂ ਨੇ, ਜਥੇਬੰਦੀਆਂ ਦਾ ਅੰਦੋਲਨ ਹੈ, ਇਹ ਸਿਆਸਤ ਤੋਂ ਪ੍ਰੇਰਿਤ ਨੇ। ਇਹਦੇ ਚੋਂ ਕੁਝ ਕਮਿਊਨਿਸਟ ਵੀ ਨੇ, ਕੁਝ ਦੂਜੇ ਅਲੱਗ-ਅਲੱਗ ਵਿਚਾਰਧਾਰਾ ਦੇ, ਕੁਝ ਅਕਾਲੀ ਦਲ ਨਾਲ ਵੀ ਨੇ, ਕੁਝ ਕਾਂਗਰਸ ਨਾਲ ਨੇ। ਤੇ ਇਹ ਕਾਂਗਰਸ ਨੇ ਯੋਜਨਾਬੱਧ ਤਰੀਕੇ ਨਾਲ ਜਿਹੜਾ ਹੈਗਾ ਹੁਣ ਕਮੇਟੀ ਬਣਾਈ। ਮੈਨੂੰ ਨਹੀਂ ਸਮਝ ਆਉਂਦਾ ਕਿ ਵਿਧਾਨ ਸਭਾ ਇਹਨਾਂ ਕੰਮਾਂ ਲਈ ਹੁੰਦੀ ਹੈ ਕਿ ਜਿਹੜੇ ਕਾਨੂੰਨ ਤੋੜਨ ਉਹਨਾਂ ਦੀ ਮਦਦ ਕਰਨ। ਜੇ ਚੰਨੀ ਜੀ ਨੂੰ ਇਹ ਸੀਗਾ ਨਹੀਂ, ਪਰ ਗਰੇਵਾਲ ਸਾਹਿਬ ਸਵਾਲ ਤੇ ਵੀ ਹੈ ਨਾ ਕਿ ਜੇ ਵਿਧਾਨ ਸਭਾ ਨੇ ਕਮੇਟੀ ਬਣਾਈ, ਉਹਦੇ ਵਿੱਚ ਅਕਾਲੀ ਦਲ ਦੇ ਵਿਧਾਇਕ ਸੀਗੇ, ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ, ਤੁਹਾਡੇ ਦੋ ਵਿਧਾਇਕ ਵਿਧਾਨ ਸਭਾ ਦਾ ਹਿੱਸਾ ਸਨ, ਫਿਰ ਵਿਧਾਨ ਸਭਾ ਦੇ ਵਿੱਚ ਵਿਰੋਧ ਕਿਉਂ ਨਹੀਂ ਕੀਤਾ ਗਿਆ? ਜੇ ਤੁਹਾਨੂੰ ਕਮੇਟੀ ਦੇ ਨਾਲ ਕੋਈ ਇਤਰਾਜ਼ ਸੀਗਾ ਜਾਂ ਕੋਈ ਸਹਿਮਤੀ ਨਹੀਂ ਸੀ? ਗੱਲ ਸੁਣ ਲਓ ਭਾਈ, ਗੱਲ ਤਾਂ ਸੁਣ ਲਓ। ਤੁਸੀਂ ਸੁਣਨ ਦੀ ਬਜਾਏ ਇੱਕ ਪੱਖ ਲੈਣੇ ਹੋ, ਤੁਸੀਂ ਤਾਂ ਖੁਦ ਖੜੇ ਹੋ ਕਿ ਇਹ ਨਾ ਕਰੋ। ਨਹੀਂ ਗਰੇਵਾਲ ਸਾਹਿਬ, ਤੁਹਾਡਾ ਹਰ ਪੱਖ, ਤਾਂ ਹੀ ਤਾਂ ਤੁਹਾਨੂੰ ਫੋਨ ਲਗਾਇਆ, ਤਾਂ ਹੀ ਤਾਂ ਤੁਹਾਡਾ ਪੱਖ ਜਾਣ ਰਹੇ ਅਸੀਂ। ਪਹਿਲੀ ਗੱਲ ਮੇਰੀ ਸਮਝ ਲਓ ਕਿ ਜਿਹੜੇ ਇਹ ਅਕਾਲੀ ਦਲ ਹੈ, ਜਿਹੜੇ ਇਹ ਹੈਗੇ ਆ, ਇਹ ਕਾਨੂੰਨ ਬਣਵਾਉਣ ਦੇ ਵਿੱਚ ਅਕਾਲੀ ਦਲ ਵੀ ਸੀ, ਕਾਂਗਰਸ ਵੀ ਸੀ। ਕੇਜਰੀਵਾਲ ਨੇ ਵੀ ਕਾਨੂੰਨ ਲਾਗੂ ਕੀਤਾ ਦਿੱਲੀ 'ਚ, ਪਰ ਇਹ ਜਾਣਬੁੱਝ ਕੇ ਬਦਨਾਮ ਕਰਨ ਦੇ ਲਈ ਇਹ ਸਾਰੀਆਂ ਗੱਲਾਂ ਕਰ ਰਹੇ ਨੇ, ਮਿਲ ਜੁਲ ਕੇ ਹੀ ਕਰ ਰਹੇ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਨਹੀਂ ਰਲੇ ਮਿਲੇ ਇਹਦੇ 'ਚ, ਪਰ ਇਹ ਕਿਸਾਨ ਦਾ ਹਿੱਤ ਨਹੀਂ ਕਰ ਰਹੇ। ਜਿਹੜਾ ਉੱਥੇ ਕਾਨੂੰਨ ਤੋੜਿਆ ਗਿਆ, ਪੰਜਾਬ ਦਿੱਲੀ ਪੁਲਿਸ ਦੇ ਨਾਲ ਜਿਹੜਾ ਤੈਅ ਕੀਤਾ ਗਿਆ ਰੂਟ, ਉਸ ਰੂਟ ਨੂੰ ਵਾਇਲੇਟ ਕੀਤਾ ਗਿਆ, ਇਹ ਕੋਈ ਅੱਛੀ ਗੱਲ ਨਹੀਂ ਹੋਈ ਔਰ ਇਸ ਦੀ ਸ਼ਲਾਘਾ ਵੀ ਨਹੀਂ ਸਾਨੂੰ ਕਰਨੀ ਚਾਹੀਦੀ। ਕਮੇਟੀ ਤਾਂ ਕਹਿੰਦੀ ਹੈ ਰੂਟ ਜਿਹੜਾ ਕੋਈ ਅਜਿਹਾ ਰੂਟ ਨਹੀਂ ਸੀਗਾ, ਪੂਰਾ ਪਲਾਨ ਸੀਗਾ, ਸਾਜ਼ਿਸ਼ ਸੀਗਾ, ਜਾਣਬੁੱਝ ਕੇ ਲੋਕਾਂ ਨੂੰ ਲਾਲ ਕਿਲੇ ਜਾ ਦਿੱਤਾ ਗਿਆ, ਕਿਸੇ ਨੂੰ ਨਹੀਂ ਰੋਕਿਆ ਗਿਆ। ਇਸੇ ਕਰਕੇ ਤਾਂ ਇਸ ਦੇਸ਼ ਦੇ ਲੋਕਤੰਤਰ ਨੂੰ ਖਤਰਾ ਇਹਨਾਂ ਲੋਕਾਂ ਕੋਲੋਂ, ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ। ਵਿਧਾਨ ਸਭਾ ਦੇ ਮੈਂਬਰਾਂ ਦਾ ਕੰਮ ਇਹ ਹੁੰਦਾ ਜਿਹੜਾ ਇਹ ਕਰ ਰਹੇ ਆ। ਇਸ ਲਈ ਇਹ ਮੈਂ ਸਮਝਦਾ ਕਿ ਇਹਦੀ ਨਿੰਦਾ ਕਰਨੀ ਚਾਹੀਦੀ ਹੈ, ਔਰ ਇਹ ਹੈਲਦੀ ਡੈਮੋਕ੍ਰੇਸੀ ਦੀ ਨਿਸ਼ਾਨੀ ਨਹੀਂ ਹੈ, ਔਰ ਇਹ ਜਸਟੀਫਾਈ ਕਰ ਰਹੇ। ਔਰ ਚੰਨੀ ਜੀ ਨੂੰ ਮੈਂ ਇੱਕ ਹੋਰ ਕਹਿਣਾ, ਉਹ ਮਾਨਯੋਗ ਮੁੱਖ ਮੰਤਰੀ ਨੇ ਪੰਜਾਬ ਦੇ,
ਤੇ ਜਦੋਂ ਦਲਿਤ ਦੀ ਹੱਤਿਆ ਬਾਰਡਰ ਦੇ ਉੱਪਰ ਸਿੰਘੂ ਬਾਰਡਰ ਤੇ ਹੋ ਜਾਂਦੀ ਹੈ, ਉਹਦੀ ਬਾਂਹ ਤੇ ਲੱਤ ਕੱਟ ਕੇ ਉਹਨੂੰ ਲਟਕਾ ਦਿੱਤਾ ਜਾਂਦਾ ਲਾਸ਼ ਨੂੰ, ਉਹ ਮੌਤ ਦੀ ਕਾਮਨਾ ਕਰਦਾ ਹੈਗਾ ਤੇ ਉਹ ਉਸ ਦਾ ਪਤਾ ਲੈਣ ਤੇ ਉਸ ਨੂੰ 2 ਲੱਖ ਰੁਪਇਆ ਦੇਣ ਨਹੀਂ ਗਏ, ਉੱਥੇ ਨਹੀਂ ਗਏ। ਇਹ ਕਹਿੰਦੇ ਕਿ ਮੈਂ ਅਨੁਸੂਚਿਤ ਜਾਤੀ ਦਾ ਮੁੱਖ ਮੰਤਰੀ ਹਾਂ, ਦਲਿਤਾਂ ਦਾ ਮਸੀਹਾ, ਉੱਥੇ ਨਹੀਂ ਗਏ। ਉਹਦਾ ਹਾਲ ਚਾਲ ਵੀ ਨਹੀਂ ਉਹਦੇ ਪਰਿਵਾਰ ਦਾ ਜਾਣਿਆ, ਉਹਨੂੰ ਕੇਂਦਰ ਸਰਕਾਰ ਨੇ ਪੈਸਾ ਦਿੱਤਾ। ਇਹ ਪੈਸਾ ਇੱਥੇ ਦੇ ਰਹੇ ਆ, ਇੱਥੇ ਸਾਰਾ ਕੁਝ ਕਰ ਰਹੇ ਆ। ਇਹ ਕਮੇਟੀ ਇਹਨਾਂ ਦੇ ਮੈਂਬਰਸ ਇਹ ਕਰ ਰਹੇ ਆ, ਇਸ ਦੀ ਨਿੰਦਾ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਦਾ ਇਹ ਕੰਮ ਕਰਨ ਜਾ ਰਹੇ ਆ। ਔਰ ਇਹਦੇ ਨਾਲ ਲਾਅਲੈਸਨੈਸ ਵਧੇਗੀ ਔਰ ਇਹ ਦੇਸ਼ ਦੇ ਔਰ ਸੂਬੇ ਦੇ ਹਾਲਾਤ ਖਰਾਬ ਕਰਨਗੇ। ਆਪਣੀ ਕੁਰਸੀ ਦੀ ਲੜਾਈ ਲੜ ਰਹੇ ਆ ਇਹ ਦੁਬਾਰਾ ਸੱਤਾ 'ਚ ਆਉਣ ਲਈ, ਇਹ ਜਿਹੜੇ ਕੰਮ ਕਰ ਰਹੇ ਆ। ਠੀਕ ਹੈ ਗਰੇਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਹਾਲਾਂਕਿ ਬੀਜੇਪੀ ਵੱਲੋਂ ਇਸ ਕਮੇਟੀ ਨੂੰ ਇੱਕ ਸਾਜ਼ਿਸ਼ ਦਾ ਨਾਮ ਦਿੱਤਾ ਜਾ ਰਿਹਾ, ਪਰ ਗੱਲ ਕਮੇਟੀ ਦੀ ਕੀਤੀ ਜਾਵੇ ਤਾਂ ਕਮੇਟੀ ਨੇ 26 ਜਨਵਰੀ ਨੂੰ ਜਿਹੜੀ ਹਿੰਸਾ ਹੋਈ ਹੈ ਉਸ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ, ਪ੍ਰੀ ਪਲਾਨ ਦੱਸਿਆ ਹੈ ਤੇ ਇਸ ਦੇ ਵਿੱਚ ਜਿਹੜੇ ਵੀ 83 ਲੋਕਾਂ ਦੇ ਵੱਲੋਂ ਬਿਆਨ ਦਰਜ ਕੀਤੇ ਗਏ ਨੇ। ਕਮੇਟੀ ਦੇ ਵਿੱਚ ਕਿਹਾ ਗਿਆ ਕਿ ਬਹੁਤ ਵੱਡੇ ਤੇ ਗੰਭੀਰ ਇਲਜ਼ਾਮ ਉਹ ਦਿੱਲੀ ਪੁਲਿਸ ਤੇ ਵੀ ਲਗਾਏ ਗਏ ਨੇ, ਉਹ ਤਿਹਾੜ ਜੇਲ੍ਹ ਦੇ ਪ੍ਰਸ਼ਾਸਨ ਤੇ ਵੀ ਲਗਾਏ ਗਏ ਨੇ ਤੇ ਕੇਂਦਰ ਸਰਕਾਰ ਤੇ ਵੀ ਲਗਾਏ ਗਏ ਨੇ। रुख करते अगली वड्डी खबर दा। आम आदमी पार्टी ਵੱਲੋਂ ਅੱਜ ਹੱਲਾ ਬੋਲਿਆ ਜਾ ਰਿਹਾ ਹੈ। ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਚੰਨੀ ਸਰਕਾਰ ਦੇ ਖਿਲਾਫ ਆਮ ਆਦਮੀ ਪਾਰਟੀ ਅੱਜ ਪ੍ਰਦਰਸ਼ਨ ਕਰ ਰਹੀ ਹੈ। ਥੋੜੀ ਦੇਰ ਦੇ ਵਿੱਚ ਸੀਐਮ ਹਾਊਸ ਦੇ ਵੱਲ ਕੂਚ ਕਰਨਗੇ ਆਮ ਆਦਮੀ ਪਾਰਟੀ ਦੇ ਆਗੂ। ਆਪ ਦੇ ਵਿਧਾਇਕ ਐਮਐਲਏ ਹੋਸਟਲ ਤੋਂ ਇਹ ਕੂਚ ਕੀਤਾ ਜਾ ਰਿਹਾ। ਸਿੱਧੀ ਜਿਹੜੀ ਕਿ ਸੀਐਮ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਜਿਹੜੀ ਸਰਕਾਰੀ ਰਿਹਾਇਸ਼ ਹੈ ਉਸ ਵੱਲ ਕੂਚ ਕੀਤਾ ਜਾਵੇਗਾ। ਉੱਥੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਹੀ ਪੁਖਤਾ ਬੰਦੋਬਸਤ ਕੀਤੇ ਗਏ ਨੇ, ਪਰ ਆਮ ਆਦਮੀ ਪਾਰਟੀ ਵੱਲੋਂ लगातार सरकार के खिलाफ मोर्चा खोलिया जा रहा है, हल्ला बोलिया जा रहा है, तो मुद्दा चुकिया जा रहा है बेरोजगारी का। बेरोजगारी का मुद्दा बहुत वड्डा ते अहम है क्योंकि लगातार सड़कों ते ਵੱਖ-ਵੱਖ महकमे के लोगों के वालों प्रदर्शन भी किया जाता, रोजगार की मंग भी की जाती है। सीधा तुहानूं ग्राउंड जीरो ते लैके चलते हैं, रुख करते हैं चंडीगढ़ के, उत्थों के मेरे सहयोगी रोहित बंसल ग्राउंड जीरो तो जुड़े हुए हैं। रोहित, फिलहाल किस तरह दी तस्वीरां, कित्थों प्रदर्शन की शुरुआत होगी, सुरक्षा के लिहाज के नाल किस तरह के पुख्ता बंदोबस्त? जी बिल्कुल परमिंदर, तुसीं देख सकते हो तस्वीरां मेरे पिछे दियां कि ਜਿਹੜੇ ਆਮ ਆਦਮੀ ਪਾਰਟੀ ਦੇ तमाम ਐਮਐਲਏ ਅੱਜ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਬੇਰੋਜ਼ਗਾਰੀ ਦੇ ਮੁੱਦੇ ਤੇ। 2017 ਦੇ ਵਿੱਚ ਜਦੋਂ ਸਰਕਾਰ ਬਣੀ ਸੀ ਤਾਂ ਉਸ ਸਮੇਂ ਸਰਕਾਰ ਨੇ ਇੱਕ ਫਾਰਮ ਭਰਵਾਈ ਸੀ, ਕਿਹਾ ਗਿਆ ਸੀ ਕਿ ਘਰ ਘਰ ਰੋਜ਼ਗਾਰ ਦਿੱਤਾ ਜਾਏਗਾ ਔਰ ਜਿੰਨੀ ਦੇਰ ਤੱਕ ਰੋਜ਼ਗਾਰ ਨਹੀਂ ਦੇ ਦਿੱਤਾ ਜਾਂਦਾ ਉਨੀ ਦੇਰ ਤੱਕ ਬੇਰੋਜ਼ਗਾਰੀ ਭੱਤਾ ਜਿਹੜਾ ਉਹ ਦਿੱਤਾ ਜਾਏਗਾ। ਪਰ ਸਰਕਾਰ ਨੇ ਹਾਲੇ ਤੱਕ ਉਸ ਚੀਜ਼ ਤੇ ਅਮਲ ਨਹੀਂ ਕੀਤਾ ਔਰ ਨਾ ਹੀ ਕਿਸੇ ਨੌਜਵਾਨ ਨੂੰ ਬੇਰੋਜ਼ਗਾਰੀ ਭੱਤਾ ਦਿੱਤਾ। ਇਸੇ ਚੀਜ਼ ਨੂੰ ਦੇਖਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਹੈਗਾ ਉਹ ਕੀਤਾ ਜਾ ਰਿਹਾ ਹੈਗਾ। ਤਸਵੀਰਾਂ ਤੁਹਾਨੂੰ ਦੂਜੇ ਪਾਸੇ ਦੀਆਂ ਵੀ ਦਿਖਾ ਦਿੰਨੇ ਕਿ ਸਾਹਮਣੇ ਜਿਹੜਾ ਵਾਟਰ ਕੈਨਨ ਹੈਗਾ ਉਹ ਵੀ ਲੱਗੇ ਹੋਏ ਨੇ ਤਾਂ ਕਿ ਜੇਕਰ ਸੁਰੱਖਿਆ ਦੇ ਨਜ਼ਰੀਏ ਤੋਂ ਜੇਕਰ ਬੈਰੀਕੇਡ ਤੋੜੇ ਜਾਂਦੇ ਨੇ ਤਾਂ ਉੱਥੇ ਹੀ ਇਹਨਾਂ ਨੂੰ ਰੋਕਿਆ ਜਾ ਸਕੇ ਔਰ ਅੱਗੇ ਵਧਣ ਜਿਹੜਾ ਨਾ ਦਿੱਤਾ ਜਾਵੇ। ਸਰਬਜੀਤ ਕੌਰ ਮਾਨੂ ਕੇ ਮੇਰੇ ਨਾਲ ਨੇ। ਟਾਈਮ ਇਹਨਾਂ ਦਾ ਚੰਨੀ ਉੱਠ ਗਏ, ਆਪ ਸਰਕਾਰ ਮੁੱਖ ਮੰਤਰੀ ਉੱਠ ਗਏ, ਖੁਦ ਐਂਟੀ ਡਿਫੈਕਸ਼ਨ ਲਾ ਦੀਆਂ ਧੱਜੀਆਂ ਉਡਾ ਦਿੰਦਾ। ਚੱਲਦੇ ਸੈਸ਼ਨ 'ਚ ਇਹ ਫਿਰ ਤਾਂ ਅਕਾਲੀ ਸਰਕਾਰ ਦੀ ਪਾਈ ਹੋਈ ਸੀ ਜਦੋਂ ਇਹਨਾਂ ਨੇ 3 ਐਮਐਲਏ ਚੱਕ ਕੇ ਉੱਧਰ ਲੈ ਗਏ ਸੀ, ਉਸੇ ਤੇ ਚੱਲ ਰਹੇ ਆ। ਸਰਕਾਰ ਵੀ ਉਵੇਂ ਚਲਾ ਰਹੇ ਆ, ਲੋਕਾਂ ਨਾਲ ਧੱਕਾ ਵੀ ਉਵੇਂ ਕਰ ਰਹੇ ਆ, ਟੀਚਰ ਦਾ ਅਤਿਆਚਾਰ ਵੀ ਉਵੇਂ ਕਰ ਰਹੇ ਆ, ਬੇਰੁਜ਼ਗਾਰਾਂ ਨੂੰ ਵੀ ਧੱਕਾ ਉਵੇਂ ਦੇ ਰਹੇ ਆ, ਆਪਣਿਆਂ ਨੂੰ ਸ਼ੀਲਦੀਆਂ ਵੀ ਉਵੇਂ ਵੰਡ ਰਹੇ ਆ ਵੀ ਆਪਣੇ ਐਮਐਲਏ ਦੇ ਜਵਾਕਾਂ ਨੂੰ ਨੌਕਰੀ ਦੇ ਦਿਓ, ਬਾਕੀ ਪੰਜਾਬ ਲੱਗਿਆ ਰਹੇ ਧੱਕੇ ਤੇ। ਮਾਨੂ ਕਿ ਜੀ ਇੱਕ ਰਿਪੋਰਟ ਪੇਸ਼ ਕੀਤੀ ਗਈ ਵਿਧਾਨ ਸਭਾ ਦੇ ਵਿੱਚ, ਤੁਸੀਂ ਵੀ ਉਸ ਕਮੇਟੀ ਦੇ ਮੈਂਬਰ ਸੀ, ਕਿਸਾਨਾਂ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਗਿਆ ਹੈਗਾ ਉਹ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਗਈ, ਉਸ ਦੇ ਬਾਰੇ ਕੀ ਕਹਿਣਾ? ਦੇਖੋ ਜੀ, ਜਦੋਂ ਪਹਿਲੀ ਵਾਰ ਕੈਦੀ ਕਿਸੇ ਜੇਲ੍ਹ 'ਚ ਜਾਂਦਾ ਉੱਥੇ ਜਿਹੜੇ ਪੁਰਾਣੇ ਕੈਦੀ ਹੁੰਦੇ ਆ ਅਕਸਰ ਉਹਨਾਂ ਨੂੰ ਲੰਬੜਦਾਰ ਬਣਾ ਕੇ ਰੱਖਿਆ ਜਾਂਦਾ। ਉੱਥੇ ਜੇ ਮੇਰੇ ਕੋਲੇ ਤੁਹਾਡੇ ਕੋਲ ਅੱਜ ਪੇਜ ਮੇਰੇ ਕੋਲ ਇਸ ਟਾਈਮ ਹੋਏਗਾ, ਮੈਂ ਬਾਅਦ 'ਚ ਤੁਹਾਨੂੰ ਜਨਤਕ ਕਰਾਂਗੀ। ਉੱਥੇ 7 ਤੋਂ 8 ਕੈਦੀਆਂ ਨੇ, ਵੱਧ ਕੈਦੀਆਂ ਨੇ ਬਿਆਨ ਦਿੱਤੇ ਆ ਬਈ ਜਦੋਂ ਸਾਨੂੰ ਪਹਿਲੇ ਦਿਨ ਤੁਹਾਡੇ ਤੇ ਤਸ਼ੱਦਦ ਹੋਇਆ, ਪਰ ਅਗਲੇ ਦਿਨ ਜਦੋਂ ਸੁਪਰਡੈਂਟ ਸਾਹਿਬ ਡਿਊਟੀ ਆਏ ਕਿਉਂਕਿ ਰਾਤ ਨੂੰ 12-1 ਵਜੇ ਤੱਕ ਲੈ ਕੇ ਗਏ ਤੇ ਜਦੋਂ ਅਗਲੇ ਦਿਨ ਸੁਪਰਡੈਂਟ ਸਾਹਿਬ ਆਏ ਉਹਨਾਂ ਨੇ ਆ ਕੇ ਜਦੋਂ ਪੁੱਛਿਆ ਤੇ ਬੰਦਾ ਸਸਪੈਂਡ ਕੀਤਾ। ਇਕਬਾਲ ਸਿੰਘ ਇੱਕ ਉੱਥੇ ਬੰਦਾ ਸੀਗਾ ਜਿਹਨੇ ਇਹਨਾਂ ਨੂੰ ਪ੍ਰੋਪਰ ਦੇਖ ਰੇਖ ਦੀ ਗੱਲ ਕੀਤੀ। ਦੇਖੋ ਜੇ ਮੈਂ ਕਹਿਨੀ ਆ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੇ ਨਜ਼ਰ, ਮੈਂ ਵੀ ਸੁਣਿਆ ਉਹਨਾਂ ਦੇ ਨਜ਼ਰੀਏ ਨੂੰ, ਆਪਾਂ ਉਹਨਾਂ ਦਾ ਨਜ਼ਰੀਆ 100% ਨਹੀਂ, ਉਹਨਾਂ ਨੇ ਆਪ ਮੰਨਿਆ ਬਈ ਜਿਹੜੇ ਲੰਬੜਦਾਰ ਸੀ ਉਹਨਾਂ ਨੂੰ ਬਾਅਦ ਚ ਪੁਲਿਸ ਉੱਥੋਂ ਦੇ ਡਿਪਾਰਟਮੈਂਟ ਨੇ ਝਿੜਕਿਆ। ਕਮੇਟੀ ਦੇ ਵਿੱਚ ਇੱਕ ਗੱਲ ਲਿਖੀ ਗਈ ਹੈ ਕਿ ਦਿੱਲੀ ਸਰਕਾਰ ਦੇ ਜਿਹੜੇ ਵਕੀਲ ਸੀ ਉਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਪੁੱਗਤੇ। ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਕਮੇਟੀ ਦੀ ਮੈਂਬਰ ਆ, ਮੈਨੂੰ ਅਜੇ ਤੱਕ ਰਿਪੋਰਟ ਨਹੀਂ ਮਿਲੀ। ਇਹਨਾਂ ਨੇ ਰਿਪੋਰਟ ਜਨਤਕ ਪੇਸ਼ ਕਰਨੀ ਸੀ,
ਅਜੇ ਤੱਕ ਮੈਨੂੰ ਇਹ ਦੱਸੋ ਰਿਪੋਰਟ ਕਿੱਥੇ ਹੈ? ਪਰ ਮੀਡੀਆ ਨੂੰ ਤਾਂ ਰਿਪੋਰਟ ਵੰਡੀ ਗਈ ਹੈ ਵਿਧਾਨ ਸਭਾ ਜਿਸ ਦਿਨ ਕੀਤੀ ਗਈ ਸੀ ਉਸੇ ਦਿਨ ਹੀ ਰਿਪੋਰਟ ਦਿੱਤੀ ਗਈ ਹੈ। ਮੇਰੀ ਗੱਲ ਸੁਣੋ, ਇਹਨਾਂ ਨੇ ਸਾਡੇ ਤੱਕ ਰਿਪੋਰਟਾਂ ਉਹ ਪਹੁੰਚਾਈਆਂ ਪੰਜਾਬ ਦੇ ਕਿਸਾਨੀ ਪਾਣੀ ਦੇ ਪੱਧਰ ਦੇ ਥੱਲੇ। ਜਿਹੜੀ ਇਹ ਰਿਪੋਰਟ ਆ, ਇਹ ਦੱਸੋ ਇਹਨਾਂ ਨੇ ਲਾਸਟ ਮਿੰਟ ਤੇ ਕਿਉਂ ਲਿਆਂਦੀ? ਤੁਸੀਂ ਸਾਈਨ ਕੀਤੇ ਹੈ ਜਦੋਂ ਕਮੇਟੀ ਨੇ ਰਿਪੋਰਟ ਸਬਮਿਟ ਕੀਤੀ ਹੈ? ਨਹੀਂ, ਮੇਰੇ ਕੋਈ ਸਾਈਨ ਨਹੀਂ। ਤੁਹਾਡੇ ਕੋਈ ਸਾਈਨ ਨਹੀਂ? ਮੇਰੇ ਸਾਈਨ। ਸੋ ਸਾਫ਼ ਤੌਰ ਤੇ ਅੱਜ ਦੇ ਪ੍ਰਦਰਸ਼ਨ ਨੂੰ ਲੈ ਕੇ ਗੱਲ ਕਰ ਲਈਏ ਤਾਂ ਨੌਜਵਾਨਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਬਿਲਕੁਲ ਜੀ, ਨੌਜਵਾਨਾਂ ਨੂੰ ਲੈ ਕੇ ਪ੍ਰਦਰਸ਼ਨ ਹੈ ਕਿਉਂਕਿ ਘਰ ਘਰ ਨੌਕਰੀ ਦੇਣਾ ਹੀ ਸਰਕਾਰ ਆਪਣੇ ਵਾਅਦੇ ਤੋਂ ਮੁੱਕ ਰਹੀ ਆ। ਪਹਿਲਾਂ ਫਾਰਮ ਭਰ ਲੈਂਦੇ ਆ, ਘਰ ਘਰ ਨੌਕਰੀ ਦੇ ਚੱਕਰ 'ਚ ਇਹਨਾਂ ਨੇ 55,000 ਸਾਡੇ ਕੋਲੇ ਹਾਊਸ ਹੋਲਡ ਆ, ਇੱਕ ਵੀ ਬੰਦਾ ਨੌਕਰੀ ਨਹੀਂ ਦਿੱਤੀ। ਜੇ ਦਿੱਤੀਆਂ ਸਵੀਪਰ, ਪੀਐਨ, ਚੌਕੀਦਾਰ, ਕੀ ਗੱਲ ਸਾਡਾ ਪੜ੍ਹਿਆ ਲਿਖਿਆ ਰੋਜ਼ਗਾਰ ਨੌਜਵਾਨ ਕਿੱਥੇ ਜਾਵੇ? ਬੇਰੁਜ਼ਗਾਰੀ ਭੱਤਾ ਦੇਣਾ ਸੀ ਇਹਨਾਂ ਨੇ। 2500 ਰੁਪਇਆ ਇੱਕ ਘਰ 'ਚ ਨਹੀਂ ਪਹੁੰਚਾਇਆ। ਅੱਜ ਸਭ ਤੋਂ ਵੱਡੀ ਤਰਾਸਦੀ ਸਾਡੀ ਇਹ ਆ ਕਿ ਅੰਨਾ ਵੰਡੇ ਸ਼ੀਰਨੀਆਂ ਮੁੜ ਆਪਣਿਆਂ ਨੂੰ। ਇਹ ਆਪਣੇ ਲੋਕਾਂ ਨੂੰ ਤਾਂ ਆਪਣੇ ਐਮਐਲਏ ਦੇ ਜਵਾਕਾਂ ਨੂੰ, ਐਮਐਲਏ ਦੇ ਲੋਕਾਂ ਨੂੰ, ਆਪਦੇ ਐਮਪੀਆਂ ਦੇ ਲੋਕਾਂ ਨੂੰ, ਆਪਦੇ ਮੰਤਰੀਆਂ ਦੇ ਬੱਚਿਆਂ ਨੂੰ ਤਾਂ ਨੌਕਰੀਆਂ ਦੇ ਰਹੇ ਆ। ਕਿਸੇ ਨੂੰ ਹੱਦਾਂ ਬੰਨੇ ਟੱਪ ਕੇ ਉਹਨਾਂ ਲਈ ਕੋਈ ਕੁਆਲੀਫਿਕੇਸ਼ਨ, ਕੋਈ ਏਜ ਨਹੀਂ, ਉਹਨਾਂ ਲਈ ਕੋਈ ਆ ਵੀ ਕਾਂਗਰਸ ਦੇ ਕਿਸੇ ਮੰਤਰੀ ਐਮਐਲਏ ਦਾ ਮੁੰਡਾ ਹੋਣਾ ਚਾਹੀਦਾ। ਅੱਜ ਦਾ ਪ੍ਰਦਰਸ਼ਨ ਕਿਹਾ ਜਾ ਰਿਹਾ, ਸੰਕੇਤਕ ਕਰ ਰਹੇ ਹੋ, ਅੱਗੇ ਦਾ ਕੀ ਕਦਮ ਰਹੇਗਾ? ਅੱਜ ਮੈਂ ਇੱਕ ਗੱਲ ਪੂਰੀ ਕਰ ਲਾਂ, ਚੰਨੀ ਸਾਹਿਬ ਕੋਲੇ ਸਾਡੀ ਟੈਂਕੀ ਤੋਂ ਉੱਠੀ ਧੀ ਨੂੰ ਉਠਾਉਣ ਦਾ ਮੌਕਾ ਨਹੀਂ। ਜਿਹੜੇ ਟੀਚਰਾਂ ਨੇ ਨਿੱਤ ਸਾਡੇ ਸਿਰ ਪਾੜਦੇ ਆ ਉਹਨਾਂ ਨਾਲ ਗੱਲ ਕਰਨ ਦਾ ਮੌਕਾ ਨਹੀਂ। ਅੱਜ ਦਾ ਇਹ ਸੰਕੇਤਕ ਹੈ। ਅੱਗੇ ਤੋਂ ਅਸੀਂ ਵੱਡਾ ਇਕੱਠ ਲਿਆ ਕੇ ਇਹਨਾਂ ਨੂੰ ਘਰਾਂ 'ਚ ਬੰਦ ਕਰ ਦਾਂਗੇ ਵੀ ਕੰਮ ਕਰੋ ਜੀ। ਸੋ ਸਾਫ਼ ਤੌਰ ਤੇ ਸਰਬਜੀਤ ਕੌਰ ਮਾਨੂਕੇ ਨੂੰ ਸੁਣ ਰਹੇ ਸੀ ਪਰਮਿੰਦਰ, ਔਰ ਤਸਵੀਰਾਂ ਵੀ ਤੁਹਾਨੂੰ ਨਾਲ ਦਿਖਾ ਰਹੇ ਕਿਉਂਕਿ ਦੋ ਖਬਰਾਂ ਦਾ ਜ਼ਿਕਰ ਇੱਥੇ ਬੇਹੱਦ ਅਹਿਮ ਹੋ ਜਾਂਦਾ। ਇੱਕ ਖਬਰ ਦਾ ਜ਼ਿਕਰ ਅਸੀਂ ਪਹਿਲਾਂ ਕਰ ਰਹੇ ਸੀ, ਸਰਬਜੀਤ ਕੌਰ ਮਾਨੂਕੇ ਕਹਿੰਦੇ ਨਜ਼ਰ ਆਏ ਕਿ ਮੈਂ ਉਸ ਕਮੇਟੀ ਦੀ ਰਿਪੋਰਟ ਤੇ ਸਾਈਨ ਹੀ ਨਹੀਂ ਕੀਤੇ ਔਰ ਮੈਨੂੰ ਨਾ ਹੀ ਉਹ ਰਿਪੋਰਟ ਹੈ ਜਿਹੜੀ ਦਿੱਤੀ ਗਈ ਹੈ। ਔਰ ਦੂਜੇ ਪਾਸੇ ਜਿਹੜਾ ਅੱਜ ਪ੍ਰਦਰਸ਼ਨ ਆ ਉਹ ਚੱਲ ਰਿਹਾ, ਤਸਵੀਰਾਂ ਤੁਹਾਨੂੰ ਸਾਹਮਣੇ ਦੀਆਂ ਦਿਖਾ ਦਿੰਦੇ ਆ। ਹਰਪਾਲ ਚੀਮਾ ਬੈਰੀਗੇਡ ਵੱਲ ਨੂੰ ਵਧਣਾ ਸ਼ੁਰੂ ਹੋਇਆ। ਸਾਹਮਣੇ ਪੁਲਿਸ ਦੇ ਨਾਲ ਜਿਹੜੀ ਗੱਲਬਾਤ ਹੈਗੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪੁਲਿਸ ਦੇ ਨਾਲ ਗੱਲਬਾਤ ਹੈ ਉਹ ਚੱਲ ਰਹੀ ਹੈ ਔਰ ਬੈਰੀਕੇਡ ਨੂੰ ਜਿਹੜੀ ਤੋੜਨ ਦੀ ਕੋਸ਼ਿਸ਼ ਹੈਗੀ ਉਹ ਕੀਤੀ ਜਾ ਸਕਦੀ ਹੈਗੀ। ਸੋ ਇਸ ਵਕਤ ਬਿਲਕੁਲ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ। ਠੀਕ ਹੈ ਰੋਹਿਤ, ਫਿਲਹਾਲ ਦੀਆਂ ਤਸਵੀਰਾਂ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜਦੋਂ ਵੀ ਕੋਈ ਹਲਚਲ ਆਉਂਦੀ ਹੈ ਮੁੜ ਤੁਹਾਡਾ ਰੁਕ ਕਰਾਂਗੇ। ਇਸ ਤੋਂ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਦੇ ਵਿੱਚ ਅੱਜ ਹੱਲਾ ਬੋਲਿਆ ਜਾ ਰਿਹਾ। ਮੁੱਦਾ ਹੈ ਬੇਰੁਜ਼ਗਾਰੀ ਦਾ। ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਚੰਨੀ ਸਰਕਾਰ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਥੋੜੀ ਦੇਰ ਦੇ ਵਿੱਚ ਐਮਐਲਏ ਹੋਸਟਲ ਤੋਂ ਸੀਐਮ ਦੀ ਰਿਹਾਇਸ਼ ਵੱਲ ਆਮ ਆਦਮੀ ਪਾਰਟੀ ਦੇ ਵਿਧਾਇਕ ਕੂਚ ਕਰਨਗੇ। ਸੋ ਫਿਲਹਾਲ ਇੱਥੇ ਰੁਕ ਰਹੇ ਛੋਟੀ ਜਿਹੀ ਬ੍ਰੇਕ ਲਈ, ਜਲਦ ਹਾਜ਼ਰ ਹੋਣੇ ਆ ਇਸ ਬ੍ਰੇਕ ਤੋਂ ਬਾਅਦ।